ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ਹੈ ਇੱਕ ਭਰਿਆ ਪੂਰਾ ਦਿਨ। ਇਹ ਪੁਸਤਕ ਸਮਰਪਿਤ ਹੈ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਜੋ ਮੇਰੇ ਦਿਨ ਨੂੰ ਭਰਪੂਰਤਾ ਬਖਸ਼ਣ ਵਿੱਚ ਯੋਗਦਾਨ ਪਾਉਂਦੀਆਂ ਹਨ। ਸ਼ੁਰੂਆਤੀ ਸ਼ਬਦ। ਸੂਰਜ ਵੱਲ ਪਿੱਠ ਨਹੀਂ ਕਰੀਦੀ। ਮੈਨੂੰ ਸ਼ੂਗਰ ਹੋਈ 45 ਸਾਲ ਹੋ ਗਏ ਹਨ। ਵਿਦਿਆਰਥੀ ਸੀ, 22 ਸਾਲ ਦੀ ਉਮਰ, ਮੈਡੀਕਲ ਦਾ ਵਿਦਿਆਰਥੀ, MBBS ਕਰ ਰਿਹਾ। ਅਜੇ ਤੀਸਰੇ ਵਰ੍ਹੇ 'ਚ ਹੀ ਸੀ ਕਿ ਬਿਮਾਰੀਆਂ ਦੇ ਕਾਰਨ ਇਲਾਜ ਬਾਰੇ ਸਾਲਾਂ ਵਿੱਚ ਪੜ੍ਹਨਾ ਸੀ। ਇਸ ਬਿਮਾਰੀ ਨਾਲ 45 ਸਾਲ ਦੌਰਾਨ ਮੈਂ ਇੱਕ ਛੋਟਾ ਜਿਹਾ ਕਿਤਾਬਚਾ ਲਿਖਿਆ, ਸ਼ੂਗਰ ਰੋਗ ਨਾਲ ਸਿਹਤਮੰਦ ਜ਼ਿੰਦਗੀ। ਤਕਰੀਬਨ ਬਿਮਾਰੀ ਹੋਣ ਤੋਂ 2 ਦਹਾਕਿਆਂ ਬਾਅਦ 1990-91 'ਚ। ਉਹਨਾਂ ਦਿਨਾਂ 'ਚ ਮੈਨੂੰ ਇੱਕ ਮੈਡੀਕਲ ਕਿਤਾਬ ਮੰਗਵਾਉਣ ਦੇ ਨਾਲ ਇੱਕ ਕਿਤਾਬ ਗਿਫਟ ਵਜੋਂ ਮਿਲੀ, The 10 Ways to Boost Your Immune System। ਉਹ ਜਦੋਂ ਮੈਂ ਪੜ੍ਹੀ ਤੇ ਫਿਰ ਉਸ 'ਚ ਦਰਸਾਏ ਉਭਾਰੇ ਗਏ 10 ਤੌਰ ਤਰੀਕਿਆਂ ਨੂੰ ਆਪਣੀ ਸ਼ੂਗਰ ਰੋਗ ਨਾਲ ਬਿਤਾਈ ਜ਼ਿੰਦਗੀ ਨਾਲ ਮੇਚ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਲੱਗਿਆ ਕਿ ਮੈਂ ਸੁਚੇਤ ਅਚੇਤ ਇਹ ਤਰੀਕੇ ਪਹਿਲਾਂ ਹੀ ਅਪਣਾਏ ਹੋਏ ਹਨ, ਜਾਂ ਕਹਾਂ ਕਿ ਮੇਰੇ ਤਕਰੀਬਨ 2-2.5 ਦਹਾਕਿਆਂ ਦੇ ਸਿਹਤਮੰਦ ਜੀਵਨ 'ਚ ਇਹਨਾਂ ਤਰੀਕਿਆਂ ਦਾ ਵੀ ਯੋਗਦਾਨ ਹੈ। ਮੇਰੇ ਮਨ 'ਚ ਖਿਆਲ ਆਇਆ, ਇਹਨਾਂ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਦੇ 25 ਵਰ੍ਹਿਆਂ ਤੇ ਸ਼ੂਗਰ ਰੋਗ ਨਾਲ ਜੀਣ ਦੇ ਸਫ਼ਰ ਨੂੰ ਲਿਖਾਂ। ਸੋਚਿਆ ਪਰ ਕਲਮਬੱਧ ਨਾ ਹੋ ਸਕਿਆ। ਅਜਿਹਾ ਕੋਈ ਪਹਿਲੀ ਵਾਰ ਨਹੀਂ ਹੈ। ਲਿਖਣਾ ਮੇਰੀ ਕਿਸ਼ੋਰ ਅਵਸਥਾ ਤੋਂ 9ਵੀਂ ਜਮਾਤ ਤੋਂ ਆਦਤ ਰਹੀ ਹੈ। ਉਂਝ ਇਸ ਉਮਰੇ ਬਹੁ ਗਿਣਤੀ ਕਿਸ਼ੋਰ ਨੌਜਵਾਨ ਕੁਛ ਨਾ ਕੁਛ ਕਾਵ ਟੋਟੇ ਲਿਖਦੇ ਹਨ, ਪਰ ਉਹਨੂੰ ਅੱਗੇ ਬਹੁਤ ਘੱਟ ਤੋਰਦੇ ਹਨ। ਪ੍ਰਤਿਭਾ ਤੋਂ ਵੱਧ ਸਾਡਾ ਪਰਿਵਾਰਿਕ ਤੇ ਸਮਾਜਿਕ ਮਾਹੌਲ ਲੇਖਕ ਬਣਨ ਨੂੰ ਬਹੁਤਾ ਉਤਸ਼ਾਹਿਤ ਵੀ ਨਹੀਂ ਕਰਦਾ। ਮੈਂ ਲਿਖਣਾ ਜਾਰੀ ਰੱਖਿਆ, ਕਦੇ ਘੱਟ ਕਦੇ ਬਿਲਕੁਲ ਬੰਦ। ਛਪਣ ਦੀ ਕਿਸੇ ਤਰ੍ਹਾਂ ਦੀ ਕੋਸ਼ਿਸ਼ ਤੋਂ ਬੇਲਾਗ। ਆਪਣੀ ਨਿੱਜੀ ਡਾਇਰੀ ਤੱਕ। ਸਾਹਿਤ ਦੀ ਗੁਰੂ ਪਰੰਪਰਾ ਵੀ ਨਸੀਬ ਨਹੀਂ ਹੋਈ, ਨਾ ਘਰੇ ਨਾ ਕਾਲਜ। ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀ ਤੋਂ ਅਜਿਹੀ ਆਸ ਕੀਤੀ ਵੀ ਨਹੀਂ ਜਾਂਦੀ ਤੇ ਨਾ ਹੀ ਉਮੀਦ ਹੀ ਰੱਖੀ ਜਾਂਦੀ ਹੈ। ਸ਼ਾਇਦ ਇਸੇ ਲਈ ਕੋਈ ਪ੍ਰੇਰਦਾ ਵੀ ਨਹੀਂ। ਮੈਂ ਕੀ ਲਿਖਦਾ, ਇੱਕ ਸਵਾਲ ਕਈ ਵਾਰੀ ਪੁੱਛਿਆ ਜਾਂਦਾ ਤੇ ਇਹ ਸਵਾਲ ਵਾਜਬ ਹੈ ਕਿਉਂਕਿ ਮੇਰਾ ਨਾਂ ਜ਼ਰੂਰ ਲੋਕਾਂ ਨੂੰ ਚੇਤੇ ਆਉਂਦਾ ਹੈ। ਸੁਣਿਆ ਲੱਗਦਾ ਹੈ, ਪਰ ਕੀ ਲਿਖਦਾ ਉਹ ਸਮਝ ਨਹੀਂ ਆਉਂਦਾ। ਮੈਂ ਜੇ ਖੁਦ ਜਵਾਬ ਦਿਆਂ ਤਾਂ ਕਹਾਂਗਾ ਮੈਂ ਸਭ ਕੁਝ ਲਿਖਦਾ। ਇਸ ਸਭ ਕੁਝ ਵਿੱਚ ਤੁਸੀਂ ਖੁਦ ਆਪਣੇ ਹਿਸਾਬ ਨਾਲ ਆਪਣੇ ਸਾਹਿਤ ਦੇ ਰੰਗ ਭਰ ਸਕਦੇ ਹੋ। ਮੇਰਾ ਇਸ ਤੋਂ ਵੀ ਵੱਡਾ ਸਵਾਲ ਹੈ ਕਿ ਮੈਂ ਕਿਉਂ ਲਿਖਦਾ। ਇਹ ਸਵਾਲ ਮੇਰੇ ਜ਼ਿਹਨ 'ਚ ਉਦੋਂ ਆਉਣਾ ਸ਼ੁਰੂ ਹੋਇਆ ਜਦੋਂ ਕੀ ਲਿਖਣ ਬਾਰੇ ਮੇਰੇ ਤੋਂ ਸੁਚੇਤ ਹੋ ਕੇ ਕਿਸੇ ਨੇ ਪੁੱਛਿਆ। ਇਸੇ ਸੰਦਰਭ 'ਚ ਮੈਂ 45 ਸਾਲਾਂ ਦੇ ਸ਼ੂਗਰ ਰੋਗ ਨਾਲ ਜੁੜੇ ਸਫ਼ਰ ਬਾਰੇ ਕਿਉਂ ਲਿਖਣਾ ਚਾਹੁੰਦਾ। ਜੇ ਮੈਂ ਹੀ ਇਹਦਾ ਜਵਾਬ ਦੇ ਦਿਆਂਗਾ ਤਾਂ ਲੱਗੇਗਾ ਮੈਂ ਆਪਣੇ ਸਫ਼ਰ ਦੇ ਸਿੱਟੇ ਖੁਦ ਹੀ ਕੱਢ ਲਏ ਹੈ। ਇਸ ਸਮੇਂ ਦੌਰਾਨ ਸਾਹਿਤ ਨਾਲ ਜੁੜਨ ਤੋਂ ਬਾਅਦ ਸਾਹਿਤ ਬਾਰੇ ਇੱਕ ਗੱਲ ਸਮਝੀ ਹੈ, ਜਾਂ ਮੈਂ ਕਹਾਂ ਸੁਚੇਤ ਤੌਰ 'ਤੇ ਉਭਾਰੀ ਵੀ ਜਾਂਦੀ ਹੈ। ਉਹ ਹੈ ਕਿ ਰਚਨਾ ਵਿੱਚੋਂ ਸਿੱਟਾ ਪਾਠਕ ਨੂੰ ਕੱਢਣ ਦਿਓ। ਮੈਂ ਵਿਸ਼ੇਸ਼ ਤੌਰ 'ਤੇ ਸੁਖਬੀਰ ਜੀ ਦੇ ਹਵਾਲੇ ਨਾਲ ਕਹਾਂਗਾ, ਜਿਨ੍ਹਾਂ ਦੀ ਇਹ ਗੱਲ ਮੈਨੂੰ ਚੇਤੇ ਆਉਂਦੀ ਹੈ ਕਿ ਉਹ ਕਹਿੰਦੇ ਸੀ, ਤੁਸੀਂ ਕਹਾਣੀ ਸ਼ੁਰੂ ਕੀਤੀ। ਰਾਮ ਬਹੁਤ ਬਹਾਦਰ ਨੌਜਵਾਨ ਹੈ। ਇਹ ਭੈੜੀ ਪੇਸ਼ਕਾਰੀ ਹੈ। ਤੁਸੀਂ ਨਾ ਕਹੋ ਬਹਾਦਰ ਹੈ, ਰਚਨਾ ਕਹੇ। ਰਚਨਾ ਪੜ੍ਹਨ ਮਗਰੋਂ ਪਾਠਕ ਦੇ ਮੂੰਹ ਨਿਕਲੇ ਕਿ ਰਾਮ ਬੜਾ ਦਲੇਰ ਚਰਿੱਤਰ ਹੈ। ਖੈਰ, ਚੱਲਦੇ ਹਾਂ ਇਸ ਸਫ਼ਰ 'ਤੇ। ਪਹਿਲਾ ਅੰਗ। ਗੁਲਾਬੀ ਫੁੱਲਾਂ ਵਾਲੇ ਕੱਪਾਂ ਵਿੱਚ ਫਿੱਕੀ ਚਾਹ। ਸਵੇਰੇ 5:01। ਅਲਾਰਮ ਵੱਜਿਆ ਪਰ ਮੇਰੀ ਅੱਖ ਖੁੱਲ੍ਹੀ ਨੂੰ 10 ਕੁ ਮਿੰਟ ਹੋ ਗਏ ਹਨ। ਇਹ ਰੂਟੀਨ ਹੈ ਸਵੇਰੇ ਸਵੇਰੇ ਉੱਠਣਾ। ਮੈਂ ਨਾਲ ਪਈ ਪਤਨੀ ਨੂੰ ਊਸ਼ਾ ਨੂੰ ਪੁੱਛਦਾ ਕੀ ਸਲਾਹ ਹੈ। ਉਹ ਵੀ ਭਾਵੇਂ ਅਲਾਰਮ ਨਾਲ ਜਾਗ ਗਈ ਹੈ ਤੇ ਮੇਰੇ ਇਸ ਨਿੱਤ ਦੇ ਸਵਾਲ ਦਾ ਰੋਜ਼ ਵਾਂਗ ਉਹੀ ਜਵਾਬ ਦਿੰਦੀ ਹੈ। ਉੱਠਦੀਆਂ ਤੇ ਉੱਠ ਵੀ ਜਾਂਦੀ ਹੈ ਚਾਹ ਬਣਾ ਕੇ ਲਿਆਉਣ ਲਈ। ਮੇਰੀ ਇੰਨੇ ਤੜਕੇ ਉੱਠਣ ਦੀ ਰੂਟੀਨ ਬਹੁਤ ਪੁਰਾਣੀ ਨਹੀਂ ਹੈ। ਜਦੋਂ ਮੈਂ ਅੱਜ 67 ਸਾਲ ਦਾ ਹੋ ਗਿਆ ਤਾਂ ਇਸ ਰੂਟੀਨ ਨੂੰ ਨਿਰੰਤਰ ਬਦਲਦੇ ਦੇਖਿਆ। ਕੀ ਇਹ ਇਕਸਾਰ ਰੱਖਣੀ ਲਾਜ਼ਮੀ ਹੈ? ਕੀ ਇਹ ਪੱਕੀ ਰੂਟੀਨ ਬਣਾਉਣੀ ਸੰਭਵ ਹੈ? ਜ਼ਿੰਦਗੀ ਦੇ ਹਰ ਇੱਕ ਪੜਾਅ 'ਤੇ ਜਵਾਨੀ, ਅਧੇੜ, ਨੌਕਰੀ, ਰਿਟਾਇਰਮੈਂਟ, ਕੀ ਇਹ ਇਕਸਾਰ ਰਹਿ ਸਕਦੀ ਹੈ? ਅਨੁਸ਼ਾਸਨ ਵਿੱਚ ਰਹਿਣ ਵਾਲਾ ਵਰਗ ਰੂਟੀਨ ਦੀ ਵਕਾਲਤ ਤਾਂ ਕਰਦਾ ਹੀ ਹੈ। ਮੈਨੂੰ ਉਂਝ ਰੂਟੀਨ ਤੋਂ ਬਹੁਤ ਖੁੰਦਕ ਹੈ। ਭਾਵੇਂ ਮੈਂ ਆਪਣੀ ਗੱਲ ਰੂਟੀਨ ਸ਼ਬਦ ਭਾਵ ਨਾਲ ਸ਼ੁਰੂ ਕੀਤੀ ਹੈ, ਵੈਸੇ ਖਿਝ ਸਾਰਿਆਂ ਨੂੰ ਹੀ ਹੁੰਦੀ ਹੈ। ਕੋਈ ਕੋਹਲੂ ਦੇ ਬੈਲ ਵਰਗੇ ਅਹਿਸਾਸ ਨਾਲ ਨਹੀਂ ਜੀਣਾ ਚਾਹੁੰਦਾ।
ਭਾਵੇਂ ਕਿ ਬਹੁਤਿਆਂ ਦੀ ਜ਼ਿੰਦਗੀ ਲੰਘਦੀ ਇਸੇ ਤਰ੍ਹਾਂ ਹੀ ਹੈ। ਇਸ ਅਜੋਕੇ ਸਮੇਂ 'ਚ ਜੇ ਕਹੀਏ ਪਿਛਲੇ 4-5 ਦਹਾਕਿਆਂ ਤੋਂ ਉਦਾਸੀ ਰੋਗ ਨੇ ਵੱਡੇ ਪੱਧਰ 'ਤੇ ਆਪਣੇ ਪੈਰ ਪਸਾਰੇ ਹਨ, ਜਿਸ ਦਾ ਇੱਕ ਕਾਰਨ ਇਹੀ ਰੂਟੀਨ ਹੈ। ਸਵੇਰੇ ਉੱਠਣ ਤੋਂ ਨੀਂਦ ਦੇ ਹਵਾਲੇ ਕਰਨ ਦੀ ਰੂਟੀਨ, ਖਾਣ ਪੀਣ, ਉੱਠਣ ਬੈਠਣ, ਨੌਕਰੀ, ਬੱਚੇ ਪੈਦਾ ਕਰਨ, ਪਾਲਣ ਤੱਕ ਸੀਮਤ। ਰੂਟੀਨ ਨੂੰ ਤੋੜਨਾ ਹੈ ਤਾਂ ਕੁਝ ਨਵਾਂ ਤਲਾਸ਼ਣਾ ਪਵੇਗਾ ਹੀ। ਮਨੋਵਿਗਿਆਨੀਆਂ ਨੇ ਇਸ ਸੰਬੰਧੀ ਉਦਾਸੀ ਦੇ ਹੱਲ ਲਈ ਰੂਟੀਨ ਤੋੜਨ ਨੂੰ ਬਹੁਤ ਵੱਡੀ ਪ੍ਰਾਪਤੀ, ਇੱਕ ਲਾਜਵਾਬ ਲੱਭਤ ਕਿਹਾ। ਇਸ ਸੰਬੰਧੀ ਕੁਝ ਉਪਾਅ ਤੇ ਹਦਾਇਤਾਂ ਵੀ ਦੱਸੀਆਂ, ਪਰ ਇਹਦਾ ਇੱਕ ਹੋਰ ਅਹਿਮ ਪਹਿਲੂ ਹੈ ਕਿ ਉਸ ਦਿਸ਼ਾ 'ਚ ਕੰਮ ਹੋਵੇ। ਅਜਿਹੀ ਕਾਰਜ ਸ਼ੈਲੀ ਦੀ ਖੋਜ ਹੋਵੇ ਕਿ ਬੋਰੀਅਤ ਹੋਵੇ ਹੀ ਨਾ, ਕੰਮ ਵਿੱਚ ਆਨੰਦ ਦੀ ਕਾਰਜ ਸ਼ੈਲੀ। ਪਰ ਇੱਥੇ ਹਾਲਾਤ ਤੋਂ ਪੈਦਾ ਹੋਈ ਸਮੱਸਿਆ ਦਾ ਇਲਾਜ ਲੱਭਣ ਦਾ ਰੁਝਾਨ ਹੈ, ਨਾ ਕਿ ਉਹਨਾਂ ਹਾਲਤਾਂ ਦਾ ਵਿਸ਼ਲੇਸ਼ਣ ਜੋ ਸਮੱਸਿਆ ਨੂੰ ਜਨਮ ਦਿੰਦੇ ਹਨ। ਇਸ ਤਰ੍ਹਾਂ ਕੁਛ ਨਾ ਕੁਛ ਸੋਚਦੇ ਰਹਿਣਾ ਮੇਰੀ ਆਦਤ ਹੈ। ਇੱਕ ਰੂਟੀਨ। ਮੈਂ ਸਰੀਰ ਵਿਗਿਆਨ ਦਾ ਵਿਦਿਆਰਥੀ ਹਾਂ। ਹਰ ਕੋਈ ਇਹ ਸਭ ਕੁਝ ਜਾਣਦਾ ਹੈ ਕਿ ਦਿਲ ਸਾਰੀ ਉਮਰ ਧੜਕਦਾ ਹੈ, ਬਿਨਾਂ ਨਾਗਾ, ਕੋਈ ਛੁੱਟੀ ਲਏ ਬਗੈਰ। ਸੁੱਤੇ ਜਾਗਦੇ ਉਹਦੀ 1 ਮਿੰਟ ਦੀ ਛੁੱਟੀ ਵੀ ਭਾਰੀ ਪੈ ਜਾਂਦੀ ਹੈ। ਉਸੇ ਤਰ੍ਹਾਂ ਸਾਹ, ਜਿਗਰ, ਪੇਟ, ਗੁਰਦੇ, ਕੀ ਵੱਖਰੀ ਵੱਖਰੀ ਗੱਲ ਕਰਨੀ, ਸਾਰਾ ਸਰੀਰ ਹੀ ਹਰ ਵੇਲੇ ਹਰਕਤ 'ਚ ਹੁੰਦਾ ਹੈ, ਕੋਈ ਘੱਟ ਕੋਈ ਵੱਧ। ਸੁੱਤੇ ਜਾਗਦੇ ਥੋੜ੍ਹਾ ਬਹੁਤ ਫਰਕ ਪੈ ਸਕਦਾ ਹੈ, ਪਰ ਕੋਈ ਬਿਲਕੁਲ ਹੀ ਬੇਹਰਕਤ ਹੋਵੇ ਇਹ ਨਹੀਂ ਹੁੰਦਾ। ਇਹੀ ਗੱਲ ਦਿਮਾਗ ਬਾਰੇ ਹੈ। ਤੁਸੀਂ ਕਿਸੇ ਕੋਲ ਜਾਓ ਤੇ ਉਹਦਾ ਚਿਹਰਾ ਜਾਂ ਮੁਦਰਾ ਵੇਖ ਕੇ ਪੁੱਛੋ ਕੀ ਸੋਚ ਰਿਹਾ, ਜਵਾਬ ਹੋਏਗਾ ਕੁਛ ਨਹੀਂ। ਤੇ ਜਦੋਂ ਅੱਗੋਂ ਪੁੱਛ ਲਓ ਕੁਝ ਤਾਂ ਸੋਚਦਾ ਹੀ ਹੋਏਗਾ, ਤਾਂ ਕਹਿਣਗੇ ਬਸ ਐਵੇਂ ਹੀ, ਕੁਝ ਖਾਸ ਨਹੀਂ। ਮੈਂ ਮੰਨ ਰਿਹਾ ਕਿ ਮੇਰਾ ਦਿਮਾਗ ਚੱਲਦਾ ਹੈ, ਕੁਝ ਖਾਸ ਨਹੀਂ ਹੁੰਦਾ ਹਰ ਵੇਲੇ। ਜੇ ਲੱਗੇ ਤਾਂ ਕੁਝ ਨਵੀਂ ਨਵੇਕਲੀ ਗੱਲ ਆਈ ਹੈ, ਉਹਨੂੰ ਬੈਠੀ ਤੇ ਪਈ ਡਾਇਰੀ ਜਾਂ ਕਾਗਜ਼ ਤੇ 1-2 ਲਫ਼ਜ਼ਾਂ 'ਚ ਲਿਖ ਲੈਂਦਾ। ਵਿਚਾਰਾਂ ਦੀ ਆਪਸੀ ਟਕਰਾਅ ਕੁਛ ਨਾ ਕੁਛ ਨਵੇਂ ਪੈਦਾ ਕਰਦੇ ਹੀ ਹਨ। ਉਹ ਸਾਰਥਕ ਹਨ ਜਾਂ ਫਾਲਤੂ, ਇਹ ਬਾਅਦ ਦੀ ਗੱਲ ਹੈ। ਮੇਰੀ ਇਹ 5 ਵਜੇ ਉੱਠਣ ਦੀ ਰੂਟੀਨ 10 ਕੁ ਸਾਲਾਂ ਤੋਂ ਹੈ। ਵਿਦਿਆਰਥੀ ਜੀਵਨ ਤੋਂ ਗੱਲ ਕਰਾਂ ਤਾਂ ਘਰੇ ਰਹਿੰਦੇ ਆਮ ਜਿਹੀ ਰੂਟੀਨ ਸੀ। ਮੈਡੀਕਲ ਕਾਲਜ 'ਚ ਸਮੇਂ-ਸਮੇਂ ਬਦਲਦੀ। ਇਮਤਿਹਾਨਾਂ ਦੇ ਦਿਨਾਂ 'ਚ ਸਾਰੀ ਰਾਤ ਪੜ੍ਹਦੇ, ਸਵੇਰੇ ਸਵਖਤੇ 5 ਵਜੇ ਸੌਣਾ, ਫਿਰ ਰਾਤੀ ਦੇਰ ਤੱਕ ਜਾਗਣ ਦੀ ਆਦਤ ਕਾਫੀ ਲੰਮਾ ਸਮਾਂ ਰਹੀ। ਭਾਵੇਂ ਸਵੇਰੇ 5 ਵਜੇ ਉੱਠਣ ਦੀ ਤਮੰਨਾ ਹਮੇਸ਼ਾ ਸੀ। ਉਂਝ ਕੁਦਰਤ ਵੀ ਕਹਿੰਦੀ ਹੈ ਰੂਟੀਨ ਬਣਾ ਕੇ ਰਹਿਣ ਲਈ। ਸੂਰਜ ਦੀ ਇੱਕ ਰੂਟੀਨ ਹੈ। ਪੂਰੀ ਪ੍ਰਕਿਰਤੀ 'ਚ ਫੁੱਲਾਂ ਦੇ ਖਿੜਨ, ਫਲ ਲੱਗਣ, ਪੰਛੀਆਂ ਦੀਆਂ ਡਾਰਾਂ ਦਾ ਸਵੇਰੇ ਆਪਣੇ ਕਾਇਦੇ ਮੁਤਾਬਕ ਉੱਠਣਾ ਤੇ ਮੁੜਨਾ। ਪਰ ਹੁਣ ਮਨੁੱਖੀ ਸਮਾਜ ਵਿੱਚ ਰਾਤੀ ਫੈਕਟਰੀ ਦੀ ਸ਼ਿਫਟ ਤੇ ਖੇਤ ਵਿੱਚ ਆਪਣੀ ਵਾਰੀ ਦਾ ਪਾਣੀ ਲਾ ਕੇ ਸਵੇਰੇ ਸੂਰਜ ਦੀ ਟਿੱਕੀ ਨਾਲ ਕੰਮ ਤੋਂ ਘਰੇ ਆਰਾਮ ਲਈ ਪਰਤਣਾ, ਤਾਂ ਫਿਰ ਸੂਰਜ ਜਿਹੀ ਰੂਟੀਨ ਵਾਲਾ ਤਾਲਮੇਲ ਨਹੀਂ ਬਣਦਾ। ਇਸ ਹਾਲਤ ਵਿੱਚ ਸੂਰਜ ਇਹਨਾਂ ਮਜ਼ਦੂਰਾਂ, ਕਿਸਾਨਾਂ ਨੂੰ ਸਜਦਾ ਕਰਦਾ ਹੋਏਗਾ ਤੇ ਉਹਦੇ ਮੂੰਹ ਨਿਕਲਦਾ ਹੋਏਗਾ, ਧੰਨੋ ਤੁਸੀਂ। ਮਨੁੱਖ ਨੇ ਆਪਣੇ ਸਮਾਜਿਕ ਜੀਵਨ 'ਚ ਕੁਦਰਤ ਦੇ ਨਾਲ ਨਾ ਚੱਲਣ ਦਾ ਚਲਨ ਵੀ ਸਿੱਖਿਆ। ਕੁਦਰਤ ਦੇ ਨੇਮਾਂ ਵਿੱਚ ਕੁਝ ਆਪਣੇ ਨੇਮ ਵੀ ਜੋੜੇ ਹਨ, ਤਾਂ ਹੀ ਤਾਂ ਉਹ ਹੋਰ ਜਾਨਵਰਾਂ ਤੋਂ ਵੱਖਰਾ ਹੈ। ਇਹ ਗੱਲ ਹੈ ਕਿ ਇਸ ਵੱਖਰੇਵੇਂ ਸਦਕਾ ਕੁਦਰਤ ਨਾਲ ਆਡਾ ਲੈਣ ਕਰਕੇ ਉਹ ਕਿੰਨਾ ਕੁ ਸੁਖੀ ਹੋਇਆ ਹੈ ਜਾਂ ਪਰੇਸ਼ਾਨ, ਇਹ ਚਿੰਤਨ ਦਾ ਵਿਸ਼ਾ ਹੈ। ਦੇਖਿਆ ਮੇਰਾ ਸੋਚਣਾ, ਮੇਰਾ ਦਿਮਾਗੀ ਖਲਲ। ਊਸ਼ਾ ਚਾਹ ਬਣਾ ਲਿਆਈ ਹੈ। ਕਈ ਵਾਰ ਊਸ਼ਾ ਦਾ ਉੱਠਣ ਨੂੰ ਮਨ ਨਹੀਂ ਕਰਦਾ। ਕਈ ਵਾਰੀ ਸਰੀਰ ਵੀ ਪੂਰੀ ਤਰ੍ਹਾਂ ਸਾਥ ਨਹੀਂ ਦਿੰਦਾ। ਦਿਨ ਭਰ ਦੇ ਕੰਮ ਤੋਂ ਥੱਕੀ ਵੀ ਹੁੰਦੀ ਹੈ। ਉਹ ਤੋਂ ਵੀ ਵੱਧ ਉਹਨੂੰ ਸਰਵਾਈਕਲ ਤੇ ਸੀਏਟਿਕਾ ਦੀ ਸਮੱਸਿਆ ਹੈ, ਮਤਲਬ ਰੀੜ੍ਹ ਦੀ ਹੱਡੀ ਤੋਂ ਆ ਰਹੀਆਂ ਨਸਾਂ ਦੀ ਸਮੱਸਿਆ। ਦਰਦਾਂ ਕਰਕੇ ਕਈ ਵਾਰੀ ਰਾਤੀ ਨੀਂਦ ਵੀ ਸਹੀ ਤਰ੍ਹਾਂ ਨਹੀਂ ਲੈ ਪਾਉਂਦੀ। ਪਰ ਜੀਵਨ ਚਲਨੇ ਕਾ ਨਾਮ ਉਹਦਾ ਮੁੱਖ ਵਾਕ ਹੈ। ਉਹਦੇ ਅੱਗੇ ਇਹ ਦਰਦ ਵੀ ਹੱਥ ਖੜੇ ਕਰ ਦਿੰਦਾ। ਉਂਝ ਮੈਂ ਵੀ ਚਾਹ ਬਣਾ ਲੈਂਦਾ, ਬਸ ਐਵੇਂ ਗਫਲਤ ਕਰੀਦੀ ਹੈ। ਇੱਕ ਬਹਾਨਾ ਜਿਹਾ ਘੜ ਲੈਂਦਾ ਦਿਮਾਗ। ਹੁਣ ਤਾਂ ਮੇਰੇ ਦਿਮਾਗ ਨੂੰ ਪੱਕੀ ਜਾਂਚ ਵੀ ਆ ਗਈ ਹੈ। ਭਾਵੇਂ ਕਿ ਦਿਮਾਗ ਦੀ ਪੱਕੀ ਜਾਂਚ ਆਦਤ ਵਾਲੀ ਧਾਰਨਾ ਨੂੰ ਮੈਂ ਨਕਾਰਦਾ ਰਿਹਾ। ਮੇਰਾ ਮਤ ਹੈ, ਮੇਰਾ ਕੀ ਮਨੋਵਿਗਿਆਨਕ ਸੱਚ ਹੈ ਕਿ ਕੋਈ ਵੀ ਆਦਤ ਸਿੱਖੀ ਜਾ ਸਕਦੀ ਹੈ ਤੇ ਨਾਲ ਹੀ ਅਣਚਾਹੀ ਆਦਤ ਛੱਡੀ ਵੀ ਜਾ ਸਕਦੀ ਹੈ। ਊਸ਼ਾ ਨੂੰ ਪਤਾ ਹੈ ਕਿ ਮੈਂ ਸਵੇਰ ਦੀ ਚਾਹ ਪੀਤੇ ਬਗੈਰ ਹਰਕਤ 'ਚ ਨਹੀਂ ਆਉਂਦਾ। ਹੁਣ ਪਿਛਲੇ 6 ਕੁ ਸਾਲਾਂ ਤੋਂ ਤਾਂ ਇੱਕ ਵੱਡਾ ਬਹਾਨਾ ਬਣ ਗਿਆ। ਜਦੋਂ ਇੱਕ ਐਕਸੀਡੈਂਟ ਤੋਂ ਬਾਅਦ ਲੱਤ ਦੀ ਸਰਜਰੀ ਕਰਨੀ ਪਈ ਤੇ ਆਰਜ਼ੀ ਲੱਤ ਤੇ ਆਉਣਾ ਪਿਆ। ਉਂਝ ਆਰਜ਼ੀ ਲੱਤ ਦੇ ਤਹਿਤ ਪਹਿਲਾਂ ਜੁਰਾਬ, ਫਿਰ ਇੱਕ ਕੱਪਨੁਮਾ ਹਿੱਸਾ ਤੇ ਆਰਜ਼ੀ ਲੱਤ ਵਗੈਰਾ ਪਾਉਣ ਵਿੱਚ 1 ਮਿੰਟ ਤੋਂ ਵੀ ਘੱਟ ਦਾ ਸਮਾਂ ਲੱਗਦਾ, ਜੋ ਮੈਂ ਘੜੀ ਰੱਖ ਕੇ ਨੋਟ ਕੀਤਾ। ਹਾਂ, ਪਰ ਚੱਪਲ ਪਾਉਣ ਜਿੰਨਾ ਸਹਿਜ ਵੀ ਨਹੀਂ ਹੈ। ਹਾਂ, ਉੱਠ ਕੇ ਚਾਹ ਨਾ ਬਣਾਉਣ ਲਈ ਇੱਕ ਜ਼ਰੀਆ ਜ਼ਰੂਰ ਬਣਿਆ ਹੋਇਆ।
ਇਹ ਨਹੀਂ ਕਿ ਮੈਂ ਕਦੇ ਚਾਹ ਨਹੀਂ ਬਣਾਈ। ਜਦੋਂ ਕਦੇ ਕੋਈ ਅਜਿਹੀ ਹਾਲਤ ਬਣ ਜਾਏ ਚਾਹ ਲਈ ਉੱਠ ਖੜਦਾ। ਊਸ਼ਾ ਤਾਰੀਫ ਵੀ ਕਰਦੀ ਹੈ ਤੇ ਪੁੱਛਦੀ ਹੈ, ਤੁਸੀਂ ਕੀ ਪਾਉਂਦੇ ਹੋ ਚਾਹ ਵਿੱਚ? ਚਲੋ ਤੁਹਾਨੂੰ ਦੱਸ ਦਿੰਦਾ। ਫਿੱਕੀ ਚਾਹ ਬਣਾਉਣੀ ਕਿੰਨੀ ਔਖੀ ਹੈ, ਤੇ ਜੇਕਰ ਡਿਪ ਹੋਵੇ ਤਾਂ ਫਿਰ ਬਸ ਤੁਹਾਡਾ ਨਾਂ ਹੀ ਹੁੰਦਾ। ਚਾਹ ਤਾਂ ਆਪ ਬਣ ਜਾਂਦੀ ਹੈ। ਮੈਂ ਚਾਹ ਹੀ ਬਣਾਉਂਦਾ। ਪੱਤੀ ਚਾਹ ਦਾ ਮਸਾਲਾ ਤਾਂ ਪੈਂਦਾ ਹੀ ਹੈ, ਤੇ ਅਸੀਂ ਕਦੇ ਕਦੇ ਦੇਸੀ ਚਾਹ ਪੀਂਦੇ ਹਾਂ ਤਾਂ ਉਸ ਡੱਬੀ ਵਿੱਚੋਂ ਵੀ 1 ਚਮਚ ਪਾ ਦਿੰਦਾ। ਜੇਕਰ ਇਲਾਇਚੀ ਦਿਸ ਪਏ ਤਾਂ ਉਹ ਵੀ ਪਾ ਦਿੰਦਾ। ਨੇੜੇ ਤੇੜੇ ਅਦਰਕ ਹੋਵੇ ਤਾਂ ਉਹਦੀ ਵੀ ਵਾਰੀ ਆ ਜਾਂਦੀ ਹੈ। ਮਤਲਬ ਜੋ ਅਲੱਗ-ਅਲੱਗ ਚੀਜ਼ਾਂ ਪਾ ਕੇ ਚਾਹ ਬਣਦੀ ਹੈ ਮੈਂ ਸਭ ਕੁਝ ਪਾ ਦਿੰਦਾ। ਸਵਾਦ ਊਸ਼ਾ ਦੱਸਦੀ ਹੈ, ਮੈਂ ਉਸ ਬਾਰੇ ਵਿਸ਼ਲੇਸ਼ਣ ਨਹੀਂ ਕਰਦਾ। ਚਾਹ ਆ ਗਈ ਹੈ, ਰਸ ਵੀ ਆ ਗਏ ਹੈ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਰਸ ਬੇਕਰੀ ਵਾਲੇ ਹਨ, ਪਰ ਚਾਹ 'ਚ ਰਸ ਉਂਝ ਵੀ ਹੈ। 2 ਫੁੱਲਾਂ ਵਾਲੇ ਕੱਪਾਂ 'ਚ ਫਿੱਕੀ ਚਾਹ, ਫੁੱਲ ਗੁਲਾਬੀ ਹਨ ਤੇ ਇੱਕ ਸ਼ਬਦ ਉਕਰਿਆ ਹੋਇਆ ਰੋਮਾਂਟਿਕ। ਇੱਕ ਕੱਪ ਨੂੰ ਇੱਕ ਵੱਖਰਾ ਲਹਿਜਾ ਲੱਜ਼ਤ ਦਿੰਦੇ ਹਨ ਜਿਹਨੂੰ ਮੇਰੇ ਸ਼ਬਦ ਬਿਆਨ ਨਹੀਂ ਕਰ ਸਕਦੇ। ਜਿਨ੍ਹਾਂ ਕੋਲ ਇਹੋ ਜਿਹੇ ਕੱਪ ਹਨ ਤੇ ਇਸ ਤਰ੍ਹਾਂ ਦਾ ਅਹਿਸਾਸ ਹੈ, ਉਹ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ ਤੇ ਇਸ ਪਲ ਨੂੰ ਮਾਣ ਰਹੇ ਹੋਣਗੇ। ਮੈਂ ਤਾਂ ਉਂਝ ਹੀ ਅੱਖਰਾਂ ਦਾ ਵਿਧੀਵਤ ਵਿਦਿਆਰਥੀ ਨਹੀਂ ਹਾਂ। ਮੈਨੂੰ ਪੂਰੀ ਤਰ੍ਹਾਂ ਹਰ ਅਹਿਸਾਸ ਨੂੰ ਪ੍ਰਗਟਾਉਣ ਲਈ ਉਚਿਤ ਸ਼ਬਦ ਲੱਭਣਾ ਹੀ ਪੈਂਦਾ ਹੈ, ਕਿਉਂਕਿ ਮੇਰੇ ਖਜ਼ਾਨੇ 'ਚ ਬਹੁਤ ਹੀ ਘੱਟ ਸ਼ਬਦ ਹਨ। ਵੈਸੇ ਵੀ ਹਰ ਅਹਿਸਾਸ ਨੂੰ ਪ੍ਰਗਟਾਉਣ ਲਈ ਪੂਰੇ ਸ਼ਬਦ ਹੈਣ ਵੀ ਕਿਤੇ। ਕਵੀਆਂ ਕੋਲ ਹੁੰਦੀ ਹੈ ਜਾਚ ਸ਼ਬਦਾਂ ਨੂੰ ਤੋੜਨ, ਜੋੜਨ, ਖੇਡਣ ਦੀ। ਮੈਂ ਇੱਕ ਕਵਿਤਾ ਲਿਖੀ ਸੀ ਜਿਹਦੀਆਂ ਸ਼ੁਰੂਆਤੀ ਲਾਈਨਾਂ ਨੇ, ਮੈਂ ਕਵਿਤਾ ਨਹੀਂ ਲਿਖਦਾ, ਇਹਦਾ ਇਹ ਮਤਲਬ ਨਹੀਂ ਕਿ ਮੈਂ ਪਿਆਰ ਨਹੀਂ ਕਰਦਾ। ਪਿਆਰ ਜਾਂ ਰੋਮਾਂਸ ਦੀ ਆਪਣੀ ਫਿਤਰਤ ਹੈ, ਇੱਕ ਕੁਦਰਤੀ ਗੁਣ। ਆਪਣੇ ਸਾਥੀ ਦੀ ਤਲਾਸ਼, ਇੱਕ ਖਿੱਚ। ਅਸੀਂ ਆਪਣੀ ਸਮਾਜਿਕ ਵਿਵਸਥਾ 'ਚ ਇਸ ਖਿੱਚ ਦਾ ਨਾਂ ਦਿੱਤਾ ਹੈ ਵਿਰੋਧੀ ਸੈਕਸ, ਆਪੋਜ਼ਿਟ ਸੈਕਸ, ਜਦੋਂ ਕਿ ਕੁਦਰਤ ਦੇ ਲਿਹਾਜ਼ ਨਾਲ ਇਹ ਵਿਰੋਧੀ ਨਹੀਂ, ਪੂਰਕ, ਕੰਪਲੀਮੈਂਟਰੀ ਹਨ। ਦੋਹੇ ਮਿਲ ਕੇ ਸੰਪੂਰਨ ਹੁੰਦੇ ਹਨ। ਕੁਦਰਤ ਆਪਣੇ ਅੰਦਾਜ਼ ਨਾਲ ਹਰ ਜੀਵ ਨੂੰ ਇੱਕ ਖਾਸ ਉਮਰ 'ਤੇ ਇਸ ਮਿਲਣ ਦੇ ਅਹਿਸਾਸ ਨਾਲ ਭਰਦੀ ਹੈ। ਉਦੋਂ ਇਹ ਅਮੀਰ ਗਰੀਬ, ਧਰਮ ਜ਼ਾਤ, ਪੇਂਡੂ ਸ਼ਹਿਰੀ ਕੁਛ ਵੀ ਨਹੀਂ ਦੇਖਦਾ। ਇਹ ਸਾਰੇ ਪੱਖ ਵੈਸੇ ਵੀ ਸਮਾਜ ਦੀ ਕਾਢ ਹਨ, ਗੈਰ ਕੁਦਰਤੀ। ਹਰ ਸ਼ਖਸ ਤੇ ਕੁਦਰਤੀ ਜੀਵ ਵਾਂਗ ਉਸ ਖਾਸ ਉਮਰ 'ਤੇ ਮੇਰੇ ਅੰਦਰ ਵੀ ਤਰੰਗਾਂ ਪੈਦਾ ਹੋਈਆਂ। ਕਵਿਤਾ ਪੜ੍ਹਨ ਸੁਣਨ ਦਾ ਸ਼ੌਕ ਸੀ, ਖਾਸ ਕਰ ਸ਼ਾਇਰੀ। ਕਿਤਾਬਾਂ ਹੋਣ ਜਾਂ ਸੰਗੀਤ ਇਸ ਅਹਿਸਾਸ ਨੂੰ ਹੋਰ ਤੀਬਰ ਕਰਦੇ। ਨਾਵਲ, ਸਿਨੇਮਾ ਨੇ ਵੀ ਇਸ 'ਚ ਆਪਣਾ ਯੋਗਦਾਨ ਪਾਇਆ। ਮੈਡੀਕਲ ਕਾਲਜ 'ਚ ਸਹਿਪਾਠੀ ਮੁੰਡੇ ਕੁੜੀਆਂ ਇਕੱਠੇ, ਖਿੱਚ ਤਾਂ ਕੁਦਰਤੀ, ਪਰ ਰੋਕਾਂ ਲੱਗਦੀਆਂ ਸਮਾਜਿਕ ਆਰਥਿਕ ਦਬਾਅ ਦੀਆਂ। MBBS ਹੋ ਗਈ, ਇੱਕ ਪੜਾਅ ਫਿਕਰ ਤੇ ਦਬਾਅ ਦਾ ਲੰਘ ਗਿਆ। 2 ਗੁਲਾਬੀ ਫੁੱਲਾਂ ਵਾਲੇ ਕੱਪ ਦੀ ਚਾਹ 1981 ਤੋਂ ਸ਼ੁਰੂ ਹੁੰਦੀ ਹੈ। ਪੂਰੇ ਯਕੀਨ ਨਾਲ ਕਹਿ ਰਿਹਾ ਗੁਲਾਬੀ ਹੀ ਸੀ, ਤੇ ਸੱਚੀ ਦੱਸਾਂ ਮੈਨੂੰ ਬਿਲਕੁਲ ਯਾਦ ਨਹੀਂ ਕੱਪ ਸੀ ਜਾਂ ਕੈਂਟੀਨ ਦੀਆਂ ਗਲਾਸੀਆਂ, ਪਰ ਸੀ ਉਹ ਗੁਲਾਬੀ। ਰੰਗ ਤਾਂ ਸਾਥ ਨੇ ਭਰਨਾ ਹੁੰਦਾ ਤੇ ਉਸ ਪਲ ਦੇ ਅਹਿਸਾਸ ਨੇ ਭਰਨਾ ਹੁੰਦਾ। ਜਦੋਂ ਇਸ ਮੇਲ ਮਿਲਾਪ ਨੂੰ ਇੱਕ ਸਮਾਜਿਕ ਮੋਹਰ ਲੱਗਣ ਦਾ ਮਾਹੌਲ ਬਣਨ ਵੱਲ ਗੱਲ ਤੁਰੀ ਤਾਂ ਮੈਂ ਊਸ਼ਾ ਨੂੰ ਕਿਹਾ, ਮੈਨੂੰ ਸ਼ੂਗਰ ਰੋਗ ਹੈ, ਤੂੰ ਇਸ ਬਾਰੇ ਵਿਚਾਰ ਕਰ ਲੈ, ਕਿਸੇ ਨਾਲ ਸਲਾਹ ਵਗੈਰਾ ਕਰਨੀ ਹੈ ਕਰ ਲੈ, ਘਰੇ ਦੱਸ ਕੇ ਫਿਰ ਫੈਸਲਾ ਕਰੀਏ। ਊਸ਼ਾ ਝੱਟ ਬੋਲੀ, ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਮੈਂ ਇਸ ਪੱਖ ਨੂੰ ਦੂਸਰੀ ਤਰ੍ਹਾਂ ਨਾਲ ਕਿਹਾ, ਮੈਂ ਛੇਤੀ ਮਰ ਜਾਣਾ ਹੈ, ਜੋ ਕਿ ਇਹ ਉਸ ਸਮੇਂ ਦੇ ਮੈਡੀਕਲ ਵਿਗਿਆਨ ਦੀ ਸੱਚਾਈ ਸੀ ਜਿਹਦੇ ਮੱਦੇ-ਨਜ਼ਰ ਮੈਂ ਇਹ ਅਸਲੀਅਤ ਬਿਆਨ ਕੀਤੀ। ਉਹਦਾ ਜਵਾਬ ਸੀ, ਹੋ ਸਕਦਾ ਮੈਂ ਤੁਹਾਡੇ ਤੋਂ ਪਹਿਲਾਂ ਮਰ ਜਾਵਾਂ। ਮੈਨੂੰ ਪਤਾ ਇਹ ਜਜ਼ਬਾਤੀ ਪ੍ਰਗਟਾਵਾ ਹੈ, ਪਰ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਨਾਲੇ ਇਸ ਅਹਿਸਾਸ ਨੂੰ ਕੋਈ ਕਿਸੇ ਤਰਕ ਨਾਲ ਕੱਟ ਵੀ ਨਹੀਂ ਸਕਦਾ। ਇੱਥੇ ਕੋਈ ਕਹਿ ਸਕਦਾ ਹੈ ਕਿ ਉਹ ਤਾਂ ਜਜ਼ਬਾਤਾਂ ਦੇ ਵਹਿਣ 'ਚ ਵਹਿ ਰਹੀ ਸੀ, ਡੁੱਬਣ ਹੀ ਜਾ ਰਹੀ ਸੀ, ਪਰ ਮੈਨੂੰ ਤਾਂ ਵਿਗਿਆਨਕ ਸੱਚ ਪਤਾ ਸੀ। ਮੈਨੂੰ ਉਹਦੇ ਇਸ ਫੈਸਲੇ ਨੂੰ ਨਹੀਂ ਮੰਨਣਾ ਚਾਹੀਦਾ ਸੀ। ਸਹੀ ਗੱਲ ਹੈ। ਵੈਸੇ ਵਿਗਿਆਨਕ ਸੱਚਾਈ ਤਹਿਤ ਮੈਨੂੰ ਵਿਆਹ ਨਹੀਂ ਸੀ ਕਰਵਾਉਣਾ ਚਾਹੀਦਾ, ਇਸ 'ਤੇ ਅਡਿੱਗ ਰਹਿਣਾ ਚਾਹੀਦਾ ਸੀ। ਤੇ ਇਸ ਤਰ੍ਹਾਂ ਵੀ ਸੱਚ ਹੈ ਕਿ ਬੱਚੇ ਪੈਦਾ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਸੀ ਜੇ ਪਹਿਲਾ ਕਦਮ ਚੁੱਕਿਆ ਹੀ ਗਿਆ ਸੀ। ਉਂਝ ਊਸ਼ਾ ਨਾਲ ਹੋਈ ਇਸ ਗੱਲਬਾਤ ਦੇ ਵੇਲੇ ਤਾਂ ਮੈਂ ਮਾਨਸਿਕ ਤੌਰ 'ਤੇ ਵਿਗਿਆਨਕ ਸੱਚਾਈ ਨਾਲ ਖੜਨ ਲਈ ਤਿਆਰ ਹੋ ਰਿਹਾ ਸੀ। ਉਸ ਵੇਲੇ ਤੱਕ ਮੇਰੇ ਕੋਲ ਸਮਾਜਿਕ ਵਿਆਹ ਸੰਬੰਧਾਂ ਦੇ ਤੌਰ ਤਰੀਕੇ ਵਾਲੀ ਪ੍ਰਕਿਰਿਆ ਨੂੰ ਲੈ ਕੇ 2 ਤਜਰਬੇ ਵੀ ਸਨ। ਪ੍ਰੋਫੈਸਰ ਫੂਲ ਚੰਦ ਮਾਨਵ ਨੂੰ ਮੈਂ 1979 'ਚ ਆਪਣੇ ਇੰਟਰਨਸ਼ਿਪ ਦੌਰਾਨ ਬਠਿੰਡੇ ਮਿਲਿਆ ਸੀ। ਉਹਨਾਂ ਨਾਲ ਕਾਫੀ ਸਾਂਝ ਬਣੀ, ਭਾਵੇਂ ਬਠਿੰਡੇ 'ਚ ਮੇਰਾ ਠਹਿਰਾਅ 1 ਸਾਲ ਤੋਂ ਵੀ ਘੱਟ ਸੀ। ਉਹਨਾਂ ਦੇ ਪਰਿਵਾਰ ਨਾਲ ਵੀ ਲਗਾ ਰਿਹਾ। ਵੇਲੇ ਕੁ ਵੇਲੇ ਜਦੋਂ ਦਿਲ ਕਰੇ ਘਰ ਚਲੇ ਜਾਣਾ ਤੇ ਘਰ ਦੀ ਰੋਟੀ ਦਾ ਆਨੰਦ ਮਾਣਨਾ। ਉਹਨਾਂ ਨੇ ਮੇਰੇ ਵਿਆਹ ਦੀ ਗੱਲ ਛੇੜੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਿੰਦੀ ਵਿਭਾਗ ਦੇ ਮੁਖੀ ਡਾਕਟਰ
ਇੰਦਰਨਾਥ ਮੈਦਾਨ ਨਾਲ। ਉਹਨਾਂ ਨੇ ਆਪ ਤਾਂ ਵਿਆਹ ਨਹੀਂ ਕਰਵਾਇਆ, ਪਰ ਆਪਣੇ ਜੀਵਨ 'ਚ ਆਪਣੀਆਂ 3 ਵਿਦਿਆਰਥਣਾਂ ਨੂੰ ਧੀ ਬਣਾ ਕੇ ਉਹਨਾਂ ਨੇ ਹਰ ਕਾਰਜ ਨੂੰ ਪੂਰਾ ਕੀਤਾ। ਡਾਕਟਰ ਮੈਦਾਨ ਉਹਨਾਂ ਦਿਨਾਂ ਵਿੱਚ ਆਪਣੀ ਬੇਟੀ ਲਈ ਵੀ ਰਿਸ਼ਤਾ ਭਾਲ ਰਹੇ ਸਨ। ਇਸ ਬਾਰੇ ਮਾਨਵ ਸਾਹਿਬ ਨਾਲ ਗੱਲ ਹੋਈ ਜਾਂ ਮਾਨਵ ਸਾਹਿਬ ਨੇ ਉਹਨਾਂ ਦੀ ਇਸ ਇੱਛਾ ਨੂੰ ਜਾਣਦੇ ਹੋਏ ਖੁਦ ਗੱਲ ਕੀਤੀ ਤੇ ਮੇਰੀ ਦੱਸ ਪਾਈ। ਪਟਿਆਲੇ ਰਹਿੰਦਿਆਂ ਇੱਕ ਦਿਨ ਮੈਨੂੰ ਸੁਨੇਹਾ ਮਿਲਿਆ ਤੇ ਮੈਂ ਡਾਕਟਰ ਮੈਦਾਨ ਦੇ ਘਰ ਆ ਗਿਆ। ਕੁਝ ਕੁ ਆਮ ਜਿਹੀਆਂ ਗੱਲਾਂ ਹੋਈਆਂ। ਡਾਕਟਰ ਮੈਦਾਨ ਇੱਕ ਖਾਸ ਸ਼ਖਸੀਅਤ ਲੱਗੇ, ਪ੍ਰਭਾਵਸ਼ਾਲੀ। ਮੈਂ ਅਜੇ ਸਾਹਿਤ ਦੇ ਪੱਖ ਤੋਂ ਤਾਂ ਗਿਣਤੀ ਦੀਆਂ ਹਲਕੀਆਂ ਫੁਲਕੀਆਂ ਕਵਿਤਾਵਾਂ ਤੇ ਇੱਕ ਅੱਧ ਕਹਾਣੀ ਲਿਖੀ ਹੋਏਗੀ। ਸਾਹਿਤ ਦੇ ਪਰਿਪੇਖ ਨੂੰ ਲੈ ਕੇ ਆਲੋਚਨਾ ਬਾਰੇ ਮੈਂ ਅਣਜਾਣ ਸੀ। ਕਹਿ ਲਓ ਮੈਂ ਉੱਥੇ ਉਹਨਾਂ ਨੂੰ ਸੁਣਿਆ। ਮਾਨਵ ਸਾਹਿਬ ਤੇ ਡਾਕਟਰ ਮੈਦਾਨ ਨੂੰ ਵਿਚਾਰ ਵਟਾਂਦਰਾ ਕਰਦੇ। ਇਸ ਛੋਟੀ ਜਿਹੀ ਮੁਲਾਕਾਤ ਤੋਂ ਬਾਅਦ ਮੈਂ ਵਾਪਸ ਮੁੜ ਆਇਆ ਤੇ ਮਾਨਵ ਸਾਹਿਬ ਨੇ ਕਿਹਾ ਕਿ ਉਹ ਵਿਚਾਰ ਕਰ ਰਹੇ ਹਨ। ਮੇਰੇ ਮਨ 'ਚ ਇੱਕ ਵਿਚਾਰ ਆਇਆ ਕਿ ਲੱਗਦਾ ਹੈ ਮਾਨਵ ਸਾਹਿਬ ਨੇ ਡਾਕਟਰ ਮੈਦਾਨ ਨੂੰ ਮੇਰੀ ਬਿਮਾਰੀ ਬਾਰੇ ਨਹੀਂ ਦੱਸਿਆ ਹੋਏਗਾ। ਮੈਂ ਆਪਣੀ ਤਰਫੋਂ ਉਹਨਾਂ ਨੂੰ ਇੱਕ ਖੱਤ ਲਿਖਿਆ। ਮਾਨਵ ਸਾਹਿਬ ਨੇ ਮੈਂ ਤੁਹਾਨੂੰ ਸ਼ਾਇਦ ਨਹੀਂ ਦੱਸਿਆ ਜਾਂ ਉਹਨਾਂ ਤੋਂ ਵਿਸਰ ਗਿਆ ਹੋਏਗਾ, ਪਰ ਮੈਂ ਆਪਣਾ ਫਰਜ਼ ਸਮਝਦਾ ਕਿ ਤੁਹਾਨੂੰ ਦੱਸ ਦਿਆਂ ਕਿ ਮੈਂ ਸ਼ੂਗਰ ਰੋਗ ਦਾ ਮਰੀਜ਼ ਹਾਂ, ਤਾਂ ਜੋ ਤੁਸੀਂ ਉਸ ਮੁਤਾਬਕ ਫੈਸਲਾ ਲੈ ਸਕੋ। ਉਹਨਾਂ ਨੇ ਮੇਰੇ ਸਾਫ਼ ਸਪਸ਼ਟ ਇਜ਼ਹਾਰ ਲਈ ਮੇਰਾ ਧੰਨਵਾਦ ਕਰਦਿਆਂ ਮੇਰੇ ਕੋਲ ਵਾਪਸੀ ਖੱਤ ਭੇਜਿਆ ਤੇ ਆਪਣੇ ਅਸਲੀ ਪਿਤਾ ਨਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਫੈਸਲਾ ਉਹ ਇਕੱਲੇ ਨਹੀਂ ਲੈ ਸਕਦੇ। ਖੈਰ, ਜਿਸ ਤਰ੍ਹਾਂ ਵੀ ਉਹਨਾਂ ਨੇ ਕਿਹਾ, ਵੈਸੇ ਵੀ ਕੋਈ ਪਿਤਾ ਆਪਣੇ ਕਿਸੇ ਬੱਚੇ ਦਾ ਇਹ ਸਭ ਜਾਣਦੇ ਹੋਏ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਕਿਵੇਂ ਪ੍ਰਵਾਨ ਕਰੇਗਾ, ਭਾਵੇਂ ਰਿਸ਼ਤਾ ਜਿੰਨਾ ਮਰਜ਼ੀ ਸਿਰੇ ਦਾ ਹੋਵੇ। ਇਹ ਗੱਲ ਵੱਖਰੀ ਹੈ ਕਿ ਵਿਆਹ ਮਗਰੋਂ ਅਗਲੇ ਦਿਨ ਹੀ ਕੋਈ ਹਾਦਸਾ ਹੋ ਜਾਏ ਜਾਂ ਕੁਝ ਮਹੀਨਿਆਂ ਬਾਅਦ ਕਿਸੇ ਘਾਤਕ ਬਿਮਾਰੀ ਦੀ ਸ਼ੁਰੂਆਤ ਹੋ ਜਾਏ। ਇਸੇ ਤਰ੍ਹਾਂ ਹੀ ਮੇਰੇ ਬਚਪਨ ਦੇ ਦੋਸਤ ਡਾਕਟਰ ਵਿਜੇ ਗੁਪਤਾ ਦੇ ਪਿਤਾ ਮੇਰੇ ਨਾਲ ਕਾਫੀ ਪਿਆਰ ਕਰਦੇ ਸੀ, ਆਪਣੇ ਬੱਚਿਆਂ ਵਾਂਗ। 6ਵੀਂ ਕਲਾਸ ਤੋਂ ਸਾਡੀ ਸਾਂਝ ਬਣੀ, 11 ਸਾਲ ਦੀ ਉਮਰ ਤੋਂ, ਜੋ ਕਿ ਅੱਜ ਤੱਕ ਹੈ। ਪਿਤਾ ਜੀ ਦੀ ਮੌਤ ਤਾਂ ਉਦੋਂ ਹੀ ਹੋ ਗਈ ਜਦੋਂ ਮੈਂ 9ਵੀਂ ਜਮਾਤ ਸੀ। ਇਸ ਵਿਆਹ ਦੀ ਉਮਰੇ ਉਹਨਾਂ ਨੇ ਇੱਕ ਰਿਸ਼ਤੇ ਬਾਰੇ ਦੱਸਿਆ ਜੋ ਕਾਲਜ 'ਚ ਲੈਕਚਰਾਰ ਸੀ। ਮੈਂ ਕਿਹਾ ਠੀਕ ਹੈ ਬਾਊ ਜੀ, ਜੋ ਤੁਸੀਂ ਸੋਚ ਰਹੇ ਹੋ, ਪਰ ਉਹਨਾਂ ਨੂੰ ਦੱਸ ਦੇਣਾ ਕਿ ਮੈਨੂੰ ਸ਼ੂਗਰ ਹੋਈ ਹੈ। ਉਹਨਾਂ ਵੱਲੋਂ ਫੌਰੀ ਤੌਰ 'ਤੇ ਪਿਤਾ ਵਾਲੀ ਭਾਵਨਾ ਜਾਗਰਤ ਹੋਈ ਤੇ ਬੋਲੇ, ਇਸ ਤਰ੍ਹਾਂ ਕੌਣ ਆਪਣੀ ਕੁੜੀ ਦੇਵੇਗਾ। ਕੁਝ ਦਿਨਾਂ ਬਾਅਦ ਬਾਊ ਜੀ ਨੇ ਵਿਜੇ ਨੂੰ ਇੱਕ ਸੁਝਾਅ ਨਾਲ ਗੱਲ ਕਰਨ ਲਈ ਕਿਹਾ ਤੇ ਵਿਜੇ ਕਹਿੰਦਾ, ਬਾਊ ਜੀ ਕਹਿੰਦੇ ਆਪਾਂ ਫਿਲਹਾਲ ਨਹੀਂ ਦੱਸਦੇ, ਵਿਆਹ ਤੋਂ ਬਾਅਦ ਕਹਿ ਦਿਆਂਗੇ ਹੁਣੀ ਹੋਈ ਹੈ। ਮੈਂ ਕਿਹਾ ਨਹੀਂ, ਮੈਂ ਧੋਖੇ ਨਾਲ ਇਸ ਰਿਸ਼ਤੇ ਨੂੰ ਨਹੀਂ ਉਸਾਰਨਾ ਚਾਹੁੰਦਾ, ਮੇਰੇ ਤੋਂ ਇਹ ਨਹੀਂ ਹੋਣਾ। ਨਤੀਜਾ ਨਿਸ਼ਚਿਤ ਹੀ ਉਹੀ ਜੋ ਬਾਊ ਜੀ ਨੇ ਕਿਹਾ ਸੀ। ਵੈਸੇ ਵੀ ਇੱਕ ਦਿਨ ਵਿੱਚ 2 ਵਾਰੀ ਖਾਣਾ ਖਾਣ ਤੋਂ ਪਹਿਲਾਂ ਇਨਸੂਲਿਨ ਦੇ ਇੰਜੈਕਸ਼ਨ ਲਗਾਉਣ ਦੀ ਗੱਲ ਕਿੰਨੀ ਕੁ ਦੇਰ ਲੁਕੋਈ ਜਾ ਸਕਦੀ ਸੀ। ਭਾਵੇਂ ਕਿ ਮੈਂ ਘਰੇ ਰਹਿੰਦਿਆਂ ਇਹ ਸਭ ਕਰ ਰਿਹਾ ਸੀ ਜੋ ਕਿ ਸਿਰਫ ਮੇਰੀ ਛੋਟੀ ਭੈਣ ਨੂੰ ਪਤਾ ਸੀ, ਮਾਂ ਜਾਂ ਭਰਾਵਾਂ ਨੂੰ ਨਹੀਂ। ਪਰ ਜੀਵਨ ਸਾਥਣ ਤੋਂ ਲੁਕੋ ਕੀ ਇਹ ਸੰਭਵ ਸੀ? ਤੇ ਸਭ ਤੋਂ ਵੱਡੀ ਗੱਲ, ਕੀ ਇਹ ਜਾਇਜ਼ ਸੀ? ਇਹ 2 ਸੰਕੇਤ ਸਨ ਜੋ ਮੈਨੂੰ ਅਹਿਸਾਸ ਕਰਵਾ ਰਹੇ ਸੀ ਕਿ ਵਿਆਹ ਨਹੀਂ ਹੋਏਗਾ। ਮੈਂ ਮਨ ਵੀ ਬਣਾ ਰਿਹਾ ਸੀ, ਇੱਕ ਪਾਸੇ ਸੋਚ ਹੀ ਨਹੀਂ ਸੀ ਰਿਹਾ ਤੇ ਫਿਰ ਊਸ਼ਾ ਮਿਲ ਗਈ। ਊਸ਼ਾ ਨਾਲ ਮਿਲਣਾ ਵੀ ਇੱਕ ਸਬੱਬ ਬਣਿਆ। ਘਟਨਾਵਾਂ, ਹਾਦਸੇ, ਵਰਤਾਰੇ ਸਬੱਬ ਹੀ ਹੁੰਦੇ ਨੇ। ਮੌਕਾ ਮੇਲ ਜੇਕਰ ਕਿਸਮਤ ਨੂੰ ਬਾਹਰ ਰੱਖ ਦਈਏ। ਮੇਰੀ ਪਹਿਲੀ ਨੌਕਰੀ ਬੀਰੋ ਕੇ ਕਲਾਂ, ਉਸ ਸਮੇਂ ਜ਼ਿਲ੍ਹਾ ਬਠਿੰਡਾ, ਹੁਣ ਮਾਨਸਾ ਵਿਖੇ ਹੋਈ। ਪਿੰਡ ਵਿੱਚ 2 ਸਰਕਾਰੀ ਅਦਾਰੇ, ਸਕੂਲ ਤੇ ਡਿਸਪੈਂਸਰੀ। ਕਾਫੀ ਅਰਸੇ ਬਾਅਦ ਪਿੰਡ 'ਚ ਡਾਕਟਰ ਆਇਆ ਸੀ। ਮੇਰੇ ਕੋਲ ਜ਼ਰੀਆ ਨਹੀਂ ਸੀ ਤਬਾਦਲੇ ਦਾ ਕਿ ਘਰ ਦੇ ਨੇੜੇ ਹੋ ਜਾਂਦਾ। ਮੈਂ ਪਿੰਡ ਰਹਿ ਗਿਆ, ਟਿਕ ਗਿਆ। ਬੁਢਲਾਡੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਬੁਢਲਾਡਾ ਮੇਰੀ ਡਿਸਪੈਂਸਰੀ ਦਾ ਹੈੱਡਕੁਆਟਰ ਸੀ। ਹਾਜ਼ਰੀ, ਦਵਾਈਆਂ, ਤਨਖਾਹ ਸਭ ਕੰਮ ਲਈ ਸ਼ੁਰੂ 'ਚ ਰੋਜ਼ ਆਉਂਦਾ। ਬੁਢਲਾਡੇ ਰਹਿੰਦਾ ਕਿਰਾਏ ਤੇ। 6 ਮਹੀਨੇ ਬਾਅਦ ਡਿਸਪੈਂਸਰੀ ਵਿੱਚ ਇੱਕ ਥਾਂ ਬਣਾ ਲਈ। ਰੋਜ਼ਾਨਾ ਬੱਸ ਵਿੱਚ ਸਕੂਲ ਤੇ ਡਿਸਪੈਂਸਰੀ ਦਾ ਸਾਰਾ ਹੀ ਸਟਾਫ ਆਉਂਦਾ ਜਾਂਦਾ। ਸਕੂਲ ਸਟਾਫ ਦੇ ਲੋਕ ਵੀ ਦਵਾਈ ਇਲਾਜ ਲਈ ਆਉਣ ਲੱਗੇ। ਸਕੂਲ ਸਟਾਫ ਵਿੱਚੋਂ ਇੱਕ ਅਧਿਆਪਕਾ ਤਾਰੋ ਦੇਵੀ ਵੀ ਆਉਂਦੀ ਰੋਜ਼ਾਨਾ। ਉਹਨਾਂ ਦਾ ਘਰ ਬੱਸ ਅੱਡੇ ਦੇ ਨਾਲ ਸੀ, ਮੁਸ਼ਕਿਲ ਨਾਲ ਅੱਧਾ ਕਿਲੋਮੀਟਰ। ਇੱਕ ਦਿਨ ਕਹਿਣ ਲੱਗੇ, ਆਓ ਘਰੇ ਲੈ ਚਲੀਏ। ਪਤਾ ਨਹੀਂ ਇਹ ਸੱਦਾ ਜਿਵੇਂ ਆਮ ਹੁੰਦਾ ਵੈਸੇ ਹੀ ਸੀ ਜਾਂ ਖਾਸ, ਪਰ ਮੰਨ ਲਿਆ। ਉਹਨੂੰ ਪਤਾ ਸੀ ਮੈਂ ਇਕੱਲਾ, ਮੈਨੂੰ ਕਿਹੜਾ ਕਾਹਲੀ ਹੈ, ਤੇ ਮੈਂ ਵੀ ਸੋਚਿਆ ਕਿ ਚਲੋ ਘਰ ਵਰਗੇ ਮਾਹੌਲ 'ਚ ਚਾਹ ਪੀਂਦੇ ਹਾਂ। ਘਰ ਤੋਂ ਦੂਰ ਰਹਿੰਦੇ ਵਿਅਕਤੀ ਦੇ ਮਨ 'ਚ ਅਜਿਹਾ ਭਾਵ ਕੁਦਰਤੀ ਹੈ। ਉਂਝ ਮੇਰਾ ਸੁਭਾਅ ਹੈ ਕਿ ਮੈਂ ਕਿਸੇ ਦੇ ਬੁਲਾਉਣ ਨੂੰ ਵੈਸੇ ਹੀ ਐਵੇਂ ਜੇ ਬੇਮਤਲਬ ਨਹੀਂ ਸਮਝਦਾ। ਮੈਂ ਤਾਂ ਖੁਦ ਕਈ ਵਾਰ ਤੁਰਦਾ ਫਿਰਦਾ ਚਲਾ ਜਾਣਾ ਹੈ, ਜਿੱਥੇ ਲੱਗੇ ਕਿ ਮਾੜਾ ਮੋਟਾ ਤੁਸੀਂ ਉੱਥੇ ਕਬੂਲ ਹੋ। ਘਰ ਆਇਆ ਤਾਂ ਉੱਥੇ ਊਸ਼ਾ ਮਿਲੀ, ਤਾਰੋ ਦੇਵੀ ਦੀ ਛੋਟੀ ਭੈਣ। ਉਹਨਾਂ ਦਿਨਾਂ 'ਚ PHC ਬੁਢਲਾਡਾ ਵਿਖੇ ਊਸ਼ਾ ਨੂੰ ਕਲਰਕ ਦੀ ਨੌਕਰੀ ਮਿਲ ਗਈ।
ਉੱਥੇ ਮਹੀਨੇ 'ਚ 2 ਕੁ ਚੱਕਰ ਤਾਂ ਲੱਗਦੇ, ਮਹੀਨਾਵਾਰ ਮੀਟਿੰਗ, ਕੋਈ ਟ੍ਰੇਨਿੰਗ ਜਾਂ ਕਿਸੇ ਹੋਰ ਜ਼ਰੀਏ। ਊਸ਼ਾ ਨਾਲ ਜਾਣ ਪਛਾਣ ਨੇ ਉੱਥੇ ਬੈਠ ਕੇ ਉਸ ਨਾਲ ਚਾਹ ਪੀਣ ਦਾ ਸਬੱਬ ਬਣਾਇਆ। ਊਸ਼ਾ ਨੇ ਚਾਹ ਲਈ ਕਹਿਣਾ, ਮੈਂ ਹਾਂ ਕਰ ਦੇਣੀ। ਇਸ ਤਰ੍ਹਾਂ ਇਹ ਇੱਕ ਸਹਿਜ ਮਿਲਣੀ ਸੀ। ਉਂਝ PHC ਵਿੱਚ ਹੋਰ ਵੀ ਸਟਾਫ ਸੀ, ਕੁੜੀਆਂ ਵੀ, ਪਰ ਇਹ ਮਿਲਣੀ ਘਰ ਨਾਲ ਜੁੜੀ ਸਾਂਝ ਦਾ ਨਤੀਜਾ ਸੀ। ਮੇਰੇ ਮਨ 'ਚ ਇਸ ਮਿਲ ਬੈਠਣ ਨੂੰ ਲੈ ਕੇ, ਇਹਨੂੰ ਅੱਗੇ ਕਿਸੇ ਰਿਸ਼ਤੇ 'ਚ ਬਦਲ ਜਾਣ ਦੀ ਗੱਲ ਦੂਰ ਦੂਰ ਤੱਕ ਨਹੀਂ ਸੀ। ਮੈਂ ਤਾਂ ਵਿਆਹ ਵਾਲੇ ਚੈਪਟਰ ਨੂੰ ਖਾਰਜ ਕਰਨ ਵਾਲੇ ਪਾਸੇ ਪਿਆ ਹੋਇਆ ਸੀ। ਇੱਕ ਦਿਨ ਵੈਸੇ ਹੀ ਰੂਟੀਨ 'ਚ ਮੈਂ ਪਿੰਡੋਂ PHC ਆਇਆ ਤੇ ਜਿਵੇਂ ਚਾਹ ਵਗੈਰਾ ਪੀਂਦੀ ਪੀਤੀ, ਲੰਚ ਦਾ ਸਮਾਂ ਹੋ ਗਿਆ, ਦਫ਼ਤਰ ਦਾ ਸਾਰਾ ਸਟਾਫ ਉੱਠ ਕੇ ਚਲਾ ਗਿਆ, ਇਹ ਬੈਠੀ ਰਹੀ। ਮੈਂ ਸੋਚਿਆ ਮੇਰੇ ਕਾਰਨ ਬੈਠੀ ਹੈ। ਮੈਂ ਉੱਥੋਂ ਉੱਠ ਖੜਾ ਹੋਇਆ ਤੇ ਕਿਹਾ, ਤੂੰ ਵੀ ਲੰਚ ਕਰਨ ਜਾਣਾ ਹੋਣਾ? ਬੋਲੀ, ਨਹੀਂ, ਘਰੇ ਕੋਈ ਨਹੀਂ ਹੈ। ਉਹ ਕੁਝ ਹੌਲੀ ਹੌਲੀ ਉਦਾਸ ਜਿਹੇ ਲਹਿਜੇ 'ਚ ਬੋਲੀ, ਫਿਰ ਕੀ, ਇਹਦਾ ਰੋਟੀ ਖਾਣ ਨਾਲ ਕੀ ਤਾਲੁਕ? ਮੇਰਾ ਮਨ ਨਹੀਂ ਹੈ ਕੁਝ ਖਾਣ ਨੂੰ। ਉਹ ਬੋਲੀ ਤਾਂ ਮੈਂ ਫਿਰ ਤੋਂ ਬੈਠ ਗਿਆ। ਮੈਨੂੰ ਬੈਠਾ ਵੇਖ ਕੇ ਉਹਨੇ ਖੁਦ ਹੀ ਗੱਲ ਛੇੜੀ, ਮੁੰਡਾ ਦੇਖਣ ਗਏ ਨੇ ਮੇਰੇ ਲਈ। ਮੈਂ ਖੁਸ਼ ਹੁੰਦੇ ਕਿਹਾ, ਇਹ ਤਾਂ ਵਧੀਆ ਹੈ, ਚਲੋ ਉਹਨਾਂ ਦੀ ਜ਼ਿੰਮੇਵਾਰੀ ਪੂਰੀ ਹੋਏਗੀ। ਤੇ ਫਿਰ ਰੁੱਕ ਕੇ ਕਿਹਾ, ਨਾਲੇ ਹੁਣ ਉਮਰ ਵੀ ਤਾਂ ਹੈ। ਊਸ਼ਾ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਸੀ, ਦੋਵੇਂ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਸੀ। ਉਂਝ ਤਾਰੋ ਦੇਵੀ ਮਾਂ ਕੋਲ ਰਹਿੰਦੀ ਸੀ। ਵਿਆਹ ਤੋਂ ਬਾਅਦ ਨੌਕਰੀ ਤੇ ਫਿਰ ਬਦਲੀ ਦਾ ਕੰਮ ਨਾ ਹੋਣ ਕਰਕੇ, ਕਿਉਂ ਜੋ ਸਨਾਮ ਵੱਖਰੇ ਜ਼ਿਲ੍ਹੇ ਸੰਗਰੂਰ ਵਿੱਚ ਸੀ ਜਿੱਥੇ ਤਾਰੋ ਵਿਆਹੀ ਹੋਈ ਸੀ। ਊਸ਼ਾ ਦੀ ਆਵਾਜ਼ 'ਚ ਨਿਰਾਸ਼ਾ ਸੀ ਤੇ ਚਿਹਰੇ 'ਤੇ ਵੀ ਉਹ ਨਿੱਤ ਵਾਲੀ ਚਮਕ ਨਹੀਂ ਸੀ। ਮੈਂ ਤਾਂ ਇਸ ਸਾਰੀ ਗੱਲਬਾਤ ਨੂੰ ਸਹਿਜਤਾ ਨਾਲ ਲੈ ਰਿਹਾ ਸੀ। ਗੱਲ ਦੀ ਗੰਭੀਰਤਾ ਉਦੋਂ ਸਮਝਿਆ ਜਦੋਂ ਊਸ਼ਾ ਨੇ ਕਿਹਾ, ਜੇ ਇਸ ਤਰ੍ਹਾਂ ਹੋ ਗਿਆ ਤਾਂ ਮੈਂ ਟੋਭੇ 'ਚ ਛਾਲ ਮਾਰ ਦੇਣੀ ਹੈ। ਉਹ ਕਿਉਂ? ਮੈਂ ਉਸੇ ਸਹਿਜਤਾ ਨਾਲ ਹੈਰਾਨ ਹੁੰਦੇ ਕਿਹਾ, ਇਹ ਟੋਭਾ ਸੱਚਮੁੱਚ ਹੁੰਦਾ ਸੀ PHC ਤੋਂ ਊਸ਼ਾ ਦੇ ਘਰ ਜਾਣ ਦੇ ਰਾਹ 'ਚ, ਜੋ ਕਿ ਅੱਜ ਭਾਵੇਂ ਪੂਰੀ ਤਰ੍ਹਾਂ ਵੱਸੋਂ ਵਾਲੀ ਥਾਂ 'ਚ ਤਬਦੀਲ ਹੋ ਗਿਆ ਹੈ। ਊਸ਼ਾ ਨੇ ਦਰਅਸਲ ਇਹ ਖਬਰ ਮੇਰੇ ਨਾਲ ਇਸ ਲਈ ਸਾਂਝੀ ਕੀਤੀ ਸੀ ਕਿ ਇਹ ਸਭ ਸੁਣ ਕੇ ਮੈਂ ਵੀ ਕੋਈ ਵੱਖਰੀ ਪ੍ਰਤੀਕਿਰਿਆ ਦਿਆਂਗਾ। ਉਹਦੇ ਮਨ 'ਚ ਸਾਡੀ ਇਸ ਤਰ੍ਹਾਂ ਮਿਲ ਬੈਠਣ ਦੇ ਹੋਰ ਵੱਡੇ ਮਾਇਨੇ ਸਿਰਜੇ ਜਾ ਰਹੇ ਸਨ। ਮੈਂ ਤਾਂ ਵਧਾਈ ਦੇਣ ਦੇ ਅੰਦਾਜ਼ 'ਚ ਗੱਲ ਕਰ ਰਿਹਾ ਸੀ, ਪਰ ਉਹਦੀ ਟੋਭੇ ਵਾਲੀ ਗੱਲ ਸੁਣ ਕੇ ਮੈਂ ਸੰਜੀਦਾ ਹੋਇਆ ਤੇ ਫਿਰ ਆਪਣੀ ਸਥਿਤੀ ਸਪਸ਼ਟ ਕੀਤੀ। ਮੈਨੂੰ ਪੱਕਾ ਪਤਾ ਹੈ ਕਿ ਉਹਨੂੰ ਸ਼ੂਗਰ ਰੋਗ ਬਾਰੇ ਕੁਝ ਵੀ ਪਤਾ ਨਹੀਂ ਸੀ, ਪਰ ਉਹਦੇ ਇਸ ਤਰ੍ਹਾਂ ਦੇ ਦ੍ਰਿੜਤਾ ਵਾਲੇ ਬੋਲਾਂ ਨੇ ਮੈਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਜੇ ਸੱਚੀ ਕਹਾਂ ਤਾਂ ਮੈਂ ਉਹਨਾਂ ਹਾਲਾਤਾਂ ਦੇ ਮੱਦੇ-ਨਜ਼ਰ ਬਿਮਾਰੀ ਨਾਲ ਤੇ ਆਪਣੀ ਉਮਰ ਨੂੰ ਲੈ ਕੇ ਉਹਦੇ ਫੈਸਲੇ ਨੂੰ ਕਬੂਲ ਕਿਉਂ ਕੀਤਾ, ਤਾਂ ਮੈਂ ਕਹਿ ਸਕਦਾ ਕਿ ਮੈਂ ਤਾਂ ਸਾਫ਼ ਸਪਸ਼ਟ ਸ਼ਬਦਾਂ 'ਚ ਬਿਆਨ ਕਰ ਹੀ ਦਿੱਤਾ ਸੀ, ਪਰ ਉਹ ਵੀ ਕਿਤੇ ਆਪਣੇ ਫੈਸਲੇ 'ਚ ਅਡਿੱਗ ਨਜ਼ਰ ਆ ਰਹੀ ਸੀ। ਨਾਲ ਹੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮੇਰੇ ਮਨ 'ਚ ਵੀ ਇੱਕ ਸਾਥ ਦੀ ਲੋੜ ਮੌਜੂਦ ਤਾਂ ਸੀ। ਇਹ ਲੋੜ ਹੀ ਸੀ ਜੋ ਬਾਰ-ਬਾਰ ਉਸ ਕੋਲ ਬੈਠਣ ਨੂੰ ਖਿੱਚਦੀ ਸੀ। ਭਾਵੇਂ ਅਸੀਂ ਕੋਈ ਖਾਸ ਗੱਲ ਨਹੀਂ ਸੀ ਕਰਦੇ, ਚਾਹ ਪੀਂਦੇ ਸੀ, ਇੱਕ ਦੂਜੇ ਨੂੰ ਦੇਖਦੇ ਸੀ ਬਸ। ਬਾਕੀ ਜਿਹਨੂੰ ਮਨੋਵਿਗਿਆਨਿਕ ਸ਼ੈਲੀ ਵਿੱਚ ਟੈਲੀਪੈਥੀ ਜਾਂ ਆਪਸੀ ਤਰੰਗਾਂ ਦੇ ਘੇਰੇ 'ਚ ਇੱਕ ਮਿਕਤਾ ਦਾ ਨਾਂ ਦਿੰਦੇ ਹੈ, ਉਹ ਕਹਿ ਸਕਦੇ ਹਾਂ। ਇਸ ਤਰ੍ਹਾਂ ਅੱਜ ਇਸ ਗੱਲ ਨੂੰ ਜਦੋਂ ਸ਼ਾਬਦਿਕ ਰੂਪ ਦੇ ਰਿਹਾ, ਇਹਨੇ ਪਿਛਲੇ 37 ਸਾਲਾਂ ਤੋਂ 2 ਬੱਚਿਆਂ ਨੂੰ ਪਾਲਿਆ ਹੈ ਤੇ ਮੈਨੂੰ ਸਾਂਭਿਆ ਹੈ। ਹੁਣ ਜਦੋਂ ਬੱਚੇ ਆਪੋ ਆਪਣੀ ਥਾਂ ਤੇ ਹਨ ਤਾਂ ਮੈਂ ਹੀ ਸਿਰਫ ਉਹਦਾ ਕੇਂਦਰ ਹਾਂ। ਇਹ ਨਹੀਂ ਕਿ ਕਦੇ ਤਕਰਾਰ ਨਹੀਂ ਹੋਇਆ ਜਾਂ ਮਨ ਮੁਟਾਵ ਨਹੀਂ ਹੋਇਆ, ਪਰ ਟਕਰਾਅ ਨਹੀਂ ਹੋਇਆ। ਸ਼ਾਇਦ ਇਸ 'ਚ ਉਹਦਾ ਵੱਡਾ ਹੱਥ ਰਿਹਾ ਹੋਵੇ, ਸਪਸ਼ਟ ਤੌਰ ਤੇ ਇੱਕ ਦੂਜੇ ਨੂੰ ਸਮਝਣ ਸਮਝਾਉਣ ਦਾ, ਨਾ ਕਿ ਲੁਕੋ ਤੇ ਧੋਖੇ ਦਾ। ਸ਼ੂਗਰ ਰੋਗ ਨੂੰ ਲੈ ਕੇ ਸਾਡੇ ਸੱਭਿਆਚਾਰ 'ਚ ਹਰ ਇੱਕ ਸ਼ਖਸ ਕੋਲ ਕੁਝ ਨਾ ਕੁਝ ਹੈ ਸੁਝਾਉਣ ਨੂੰ। ਕਈਆਂ ਕੋਲ ਦਾਅਵੇ ਹਨ, ਤਜਰਬੇ ਵੀ ਹਨ। ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖੋ, ਤੁਸੀਂ ਕਿਸੇ ਮਾਹਿਰ ਤੋਂ ਦਵਾ ਲੈ ਰਹੇ ਹੋ, ਫਿਰ ਵੀ ਤੁਹਾਨੂੰ ਕਰੇਲੇ ਜਾਮਣ ਦੀਆਂ ਗਿਟਕਾਂ, ਮੇਥੀ ਦੇ ਬੀਜ, ਉੱਠਣੀ ਦਾ ਦੁੱਧ ਤੇ ਪਤਾ ਨਹੀਂ ਹੋਰ ਕੀ ਇੱਕ ਵਾਰੀ ਵਰਤ ਕੇ ਦੇਖਣ ਲਈ ਮਜਬੂਰ ਕਰਨ 'ਚ ਕੋਈ ਕਸਰ ਨਹੀਂ ਛੱਡਣਗੇ। ਮੇਰੇ ਕੋਲ ਵੀ ਇੱਕ ਫਾਰਮੂਲਾ ਹੈ, ਵਰਤਿਆ ਪਰਖਿਆ ਵਿਗਿਆਨਕ। ਗੁਲਾਬੀ ਫੁੱਲਾਂ ਵਾਲੇ ਕੱਪ। ਹੁਣ ਕੋਈ ਪੁੱਛੇ ਮਿਲਦੇ ਕਿੱਥੋਂ ਨੇ, ਤਾਂ ਜਵਾਬ ਹੈ ਤਲਾਸ਼ ਕਰਨੇ ਪੈਂਦੇ ਨੇ। ਇਹ ਦੋਵੇਂ ਕੱਪ ਜਿਨ੍ਹਾਂ 'ਚ ਸਵੇਰ ਦੀ ਪਹਿਲੀ ਚਾਹ ਪੀ ਰਹੇ ਹਾਂ, ਊਸ਼ਾ ਨੇ ਹੀ ਤਲਾਸ਼ੇ ਹੈ। ਮੈਨੂੰ ਊਸ਼ਾ ਨੇ ਤਲਾਸ਼ ਕੀਤਾ ਜਾਂ ਮੈਂ? ਇਹ ਕੋਈ ਅਹਿਮ ਵਿਸ਼ਾ ਨਹੀਂ ਹੈ। ਅਹਿਮ ਇਹ ਹੈ ਕਿ ਜੇ ਇਹ ਮਿਲ ਵੀ ਜਾਣ ਤਾਂ ਵੀ ਇਹਨਾਂ ਨੂੰ ਸਾਂਭਣਾ ਪੈਂਦਾ ਹੈ। ਪਰ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਜਦੋਂ ਤੱਕ ਤਰੇੜ ਨਹੀਂ ਪੈਂਦੀ, ਉਦੋਂ ਤੱਕ ਹੀ ਅਸਰ ਕਰਦੇ ਨੇ। ਮੇਰੇ ਹਿੱਸੇ ਆਏ ਗੁਲਾਬੀ ਫੁੱਲਾਂ ਵਾਲੇ ਕੱਪ ਨੂੰ ਤਰੇੜ ਪੈਣ ਤੋਂ ਬਚਾ ਕੇ ਰੱਖਣ ਵਿੱਚ ਊਸ਼ਾ ਦਾ ਹੱਥ ਹੈ। ਉਹਨੂੰ ਇਹ ਸਾਂਭ ਸੰਭਾਲ ਦਾ ਸਲੀਕਾ ਬਾਖੂਬੀ ਆਉਂਦਾ ਹੈ। ਧੰਨਵਾਦ।